Kanchan Outlook। ਸ਼ਲੋਕ। ਲੇਖੈ ਕਤੇ ਨਾ ਛੁਟੀਐ ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੋ ਮਨੁੱਖ ਹੈ ਖਿਨ ਖਿਨ ਭਾਵ ਕੇ ਪਲ ਪਲ ਭੁੱਲਾਂ ਕਰਦਾ ਹੈ। ਇੰਨੀਆਂ ਭੁੱਲਾਂ ਕਰਦਾ ਹੈ ਕਿ ਉਹਨਾਂ ਭੁੱਲਾਂ ਦਾ ਜੇ ਲੇਖਾ ਲਿਖਿਆ ਜਾਵੇ ਤੇ ਹਰ ਭੁੱਲ ਨੂੰ ਬਖਸ਼ਾਉਣ ਦੇ ਲਈ ਕੋਈ ਨਾ ਕੋਈ ਪਸ਼ਚਾਤਾਪ ਰੂਪ ਕਾਰਜ ਦਿੱਤਾ ਜਾਵੇ, ਅਸੀਂ ਸਾਰੀ ਉਮਰ ਵੀ ਉਹਨਾਂ ਭੁੱਲਾਂ ਨੂੰ ਬਖਸ਼ਾ ਨਹੀਂ ਪਾਵਾਂਗੇ, ਉਹਨਾਂ ਭੁੱਲਾਂ ਤੋਂ ਸੁਰਖਰੂ ਨਹੀਂ ਹੋ ਪਾਵਾਂਗੇ। ਲੇਖਾ ਕਤੈ ਨਾ ਛੁੱਟੀ ਹੈ ਖਿਨ ਖਿਨ ਭੁੱਲਨ ਹਾਰ। ਮਨੁੱਖ ਭੁੱਲਾਂ ਹੀ ਇੰਨੀਆਂ ਕਰਦਾ ਹੈ। ਇਸ ਲਈ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਬਖਸ਼ਣਹਾਰ ਬਖਸ਼ ਲੈ, ਕਿ ਹੇ ਬਖਸ਼ਿੰਦ ਪ੍ਰਮਾਤਮਾ ਸਾਡੀਆਂ ਭੁੱਲਾਂ ਨੂੰ ਬਖਸ਼ ਦੇ, ਨਾਨਕ ਪਾਰ ਉਤਾਰ, ਤੇ ਸਾਨੂੰ ਇਸ ਵਿਕਾਰਾਂ ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇ। ਪੌੜੀ। ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪਮਤ, ਜਿਉ ਪਿੰਡ ਜਿਨ ਸੁਖ ਦੀਏ ਤਾਹੈ ਨਾ ਜਾਣਤ ਤਤ। ਜੋ ਮਨੁੱਖ ਹੈ ਉਹ ਲੂਣ ਹਰਾਮੀ ਹੈ, ਨਾ ਸ਼ੁਕਰਾ ਹੈ, ਗੁਨਾਹਗਾਰ ਹੈ, ਅਲਪਮਤ ਭਾਵ ਕੇ ਹੋਸ਼ੀ ਮਤ ਵਾਲਾ ਹੈ, ਉਸ ਪ੍ਰਮਾਤਮਾ ਤੋਂ ਸਦਾ ਬੇਗਾਨਾ ਹੋਇਆ ਰਹਿੰਦਾ ਹੈ, ਓਪਰਾ ਹੋਇਆ ਰਹਿੰਦਾ ਹੈ। ਜਿਸ ਪ੍ਰਮਾਤਮਾ ਨੇ ਸਾਨੂੰ ਸਾਡੀ ਜਿੰਦ ਤੇ ਸਾਡਾ ਸਰੀਰ ਬਖਸ਼ਿਆ ਹੈ, ਸਾਡੇ ਜੀਵਨ ਦੇ ਵਿੱਚ ਅਨੇਕਾਂ ਸੁੱਖ ਬਖਸ਼ੇ ਨੇ। ਜਿਉ ਪਿੰਡ ਜਿਨ ਸੁਖ ਦੀਏ ਤਾਹੇ ਨਾ ਜਾਣਤ ਤਤ। ਉਸ ਅਸਲੀਅਤ ਨੂੰ, ਉਸ ਅਸਲੇ ਨੂੰ, ਉਸ ਪ੍ਰਮਾਤਮਾ ਨੂੰ ਨਹੀਂ ਪਛਾਣਦਾ। ਲਾਹਾ ਮਾਇਆ ਕਾਰਨੇ ਦੈ ਦਿਸ ਢੂੰਡਣ ਜਾਏ। ਜਿਨੇ ਸਭ ਕੁਝ ਬਖਸ਼ਿਆ ਹੈ ਉਸ ਅਸਲੇ ਨੂੰ ਪਛਾਣਦਾ ਨਹੀਂ ਤੇ ਮਾਇਆ ਨੂੰ ਢੂੰਡਣ ਦੇ ਲਈ ਦਸਾਂ ਦਿਸ਼ਾਵਾਂ ਦੇ ਵਿੱਚ ਵੀ ਭਟਕਦਾ ਫਿਰਦਾ ਹੈ। ਦੇਵਨਹਾਰ ਦਾਤਾਰ ਪ੍ਰਭ ਨਿਮਖ ਨਾ ਮਨੇ ਬਸਾਏ। ਤੇ ਮਾਇਕ ਪਦਾਰਥ ਵੀ ਜੋ ਪ੍ਰਮਾਤਮਾ ਬਖਸ਼ਦਾ ਹੈ, ਉਸ ਪ੍ਰਮਾਤਮਾ ਨੂੰ ਇੱਕ ਪਲ ਲਈ ਵੀ ਆਪਣੇ ਮਨ ਦੇ ਵਿੱਚ ਨਹੀਂ ਵਸਾਉਂਦਾ। ਇਹ ਗੱਲ ਨਹੀਂ ਸਮਝਦਾ ਕਿ ਸਭ ਕੁਝ ਆਖਿਰਕਾਰ ਬਣਾਇਆ ਹੋਇਆ ਤੇ ਉਸ ਪ੍ਰਮਾਤਮਾ ਦਾ ਹੀ ਹੈ। ਬਣਾਏ ਹੋਏ ਤੋਂ ਹੋਰ ਕੁਝ ਬਣਾਉਣ ਦੀ ਸੂਝ ਵੀ ਸਾਨੂੰ ਉਸ ਪ੍ਰਮਾਤਮਾ ਨੇ ਹੀ ਦਿੱਤੀ ਹੈ, ਪਰ ਅਸੀਂ ਪਦਾਰਥ ਤੇ ਇਕੱਠੇ ਕਰ ਲੈਂਦੇ ਹਾਂ। ਪਰ ਉਸ ਪ੍ਰਮਾਤਮਾ ਨੂੰ ਜਿਨ੍ਹਾਂ ਉਹ ਪਦਾਰਥ ਬਣਾਏ ਹਨ ਉਹਨੂੰ ਨਹੀਂ ਮਨ ਦੇ ਵਿੱਚ ਵਸਾਉਂਦੇ। ਮਨ ਦੇ ਵਿੱਚ ਵਸਾਉਂਦੇ ਹਾਂ ਤਾਂ ਕੀ? ਲਾਲਚ ਝੂਠ ਵਿਕਾਰ ਮੋਹ ਇਆ ਸੰਪੈ ਮਨ ਮਾਹੀ। ਲਾਲਚ ਝੂਠ ਵਿਕਾਰ ਅਤੇ ਮੋਹ ਆਦਿਕ ਨੂੰ ਧਨ ਬਣਾ ਕੇ ਆਪਣੇ ਮਨ ਦੇ ਵਿੱਚ ਅਸੀਂ ਇਕੱਠਿਆਂ ਕਰਦੇ ਰਹਿੰਦੇ ਹਾਂ। ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗ ਬਿਹਾਏ। ਆਪਣੀ ਉਮਰ ਵਿਸ਼ਈ ਚੋਰ ਤੇ ਮਹਾਨਿੰਦਕ ਇਨਸਾਨਾਂ ਦੀ ਸੰਗਤ ਦੇ ਵਿੱਚ ਬਿਤਾ ਦਿੰਦੇ ਹਾਂ, ਪਰ ਉਹ ਪ੍ਰਮਾਤਮਾ ਫਿਰ ਵੀ ਇੰਨਾ ਬਖਸ਼ਣਹਾਰ ਹੈ, ਇੰਨਾ ਦਿਆਲੂ ਹੈ ਕਿ ਤੁਧ ਭਾਵੈ ਤਾਂ ਬਖਸ਼ ਲੈ ਹੈ ਖੋਟੇ ਸੰਗ ਖਰੇ। ਜੇ ਉਹਨੂੰ ਚੰਗਾ ਲੱਗੇ, ਉਹਦੀ ਮਿਹਰ ਸਾਡੇ ਤੇ ਹੋ ਜਾਵੇ ਤਾਂ ਸਾਨੂੰ ਖੋਟਿਆਂ ਨੂੰ ਵੀ ਉਹ ਖਰਿਆਂ ਦੀ ਸੰਗਤ ਦੇ ਵਿੱਚ ਰੱਖ ਦਿੰਦਾ ਹੈ, ਖਰਿਆਂ ਦਾ ਸੰਗ ਕਰਾ ਕੇ ਸਾਨੂੰ ਵੀ ਬਖਸ਼ ਦਿੰਦਾ ਹੈ। ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ। ਪਾਹਨ ਤੋਂ ਭਾਵ ਪੱਥਰ ਅਤੇ ਨੀਰ ਤੋਂ ਭਾਵ ਪਾਣੀ, ਕਿ ਜੇ ਪਾਰ ਬ੍ਰਹਮ ਪਰਮਾਤਮਾ ਨੂੰ ਭਾਵੇ, ਚੰਗਾ ਲੱਗੇ ਤਾਂ ਪਾਣੀ ਦੇ ਵਿੱਚ ਪੱਥਰ ਵੀ ਤਾਰ ਦਿੰਦਾ ਹੈ। ਇਸ ਪੰਕਤੀ ਦੇ ਵਿੱਚ ਪੱਥਰ ਤੋਂ ਭਾਵ ਹੈ ਪੱਥਰ ਦਿਲ ਇਨਸਾਨ, ਤੇ ਪਾਣੀ ਤੋਂ ਭਾਵ ਹੈ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ। ਸੋ ਜੇਕਰ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ ਮਨੁੱਖ ਨੂੰ ਆਪਣਾ ਨਾਮ ਅੰਮ੍ਰਿਤ ਦੇ ਕੇ, ਪੱਥਰ ਦਿਲ ਹੋ ਚੁੱਕੇ ਮਨੁੱਖ ਨੂੰ ਆਪਣਾ ਨਾਮ ਅੰਮ੍ਰਿਤ ਦੇ ਕੇ ਪਾਰ ਲੰਘਾ ਲੈਂਦਾ ਹੈ, ਇਸ ਸੰਸਾਰ ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਦੇ ਵਿੱਚ ਡੁੱਬਣ ਤੋਂ ਬਚਾ ਲੈਂਦਾ ਹੈ। ਸ਼ਲੋਕ। ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ, ਭਵਜਲ ਤੇ ਕਾਟੋ ਪ੍ਰਭੂ ਨਾਨਕ ਤੇਰੀ ਟੇਕ।
ਅਸੀਂ ਜੀਵ ਮਾਇਕ ਪਦਾਰਥ ਖਾਂਦੇ ਪੀਂਦੇ ਰਹਿੰਦੇ ਹਾਂ, ਮਾਇਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਮਸਤ ਰਹਿੰਦੇ ਹਾਂ, ਹੱਸਦੇ ਖੇਡਦੇ ਰਹਿੰਦੇ ਹਾਂ ਤੇ ਇਹਨਾਂ ਚੱਕਰਾਂ ਦੇ ਵਿੱਚ ਅਨੇਕਾਂ ਜੂਨਾਂ ਦੇ ਵਿੱਚ ਭਟਕਦੇ ਰਹਿੰਦੇ ਹਾਂ। ਇਸ ਭਟਕਣ ਦੇ ਵਿੱਚੋਂ, ਇਸ ਸੰਸਾਰ ਸਮੁੰਦਰ ਦੇ ਵਿੱਚੋਂ ਉਹ ਪਰਮਾਤਮਾ ਹੀ ਕੱਢਣ ਯੋਗ ਹੈ। ਇਸ ਲਈ ਗੁਰੂ ਜੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਨੇ ਕਿ ਭਵਜਲ ਤੇ ਕਾਢੋ ਪ੍ਰਭੂ, ਨਾਨਕ ਤੇਰੀ ਟੇਕ। ਨਾਨਕ ਨੂੰ ਤੇਰਾ ਹੀ ਆਸਰਾ ਹੈ। ਇਹ ਪ੍ਰਮਾਤਮਾ ਮੈਨੂੰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਕੱਢ ਲੈ। ਪੌੜੀ। ਖੇਲਤ ਖੇਲਤ ਆਇਓ, ਅਨਕ ਜੋਨ ਦੁੱਖ ਪਾਏ। ਖੇਦ ਮਿਟੇ ਸਾਧੂ ਮਿਲਤ, ਸਤਿਗੁਰ ਬਚਨ ਸਮਾਏ। ਜੋ ਮਨੁੱਖ ਹੈ ਉਹ ਮਾਇਕ ਰੰਗਾਂ ਦੇ ਵਿੱਚ ਮਨ ਪਰਚਾਉਂਦਾ ਅਨੇਕਾਂ ਜੂਨਾਂ ਦੇ ਵਿੱਚੋਂ ਲੰਘਦਾ, ਦੁੱਖ ਭੋਗਦਾ ਆਉਂਦਾ ਹੈ। ਜਿਵੇਂ ਜਿਵੇਂ ਅਸੀਂ ਆਪਣੀ ਜ਼ਿੰਦਗੀ ਬਿਤਾ ਰਹੇ ਹਾਂ, ਬਹੁਤ ਪ੍ਰਕਾਰ ਦੇ ਅਹਿਸਾਸ ਅਸੀਂ ਆਪਣੇ ਜੀਵਨ ਦੇ ਵਿੱਚ ਕਰਦੇ ਹਾਂ। ਕਈ ਖੁਸ਼ੀ ਦੇ ਅਹਿਸਾਸ ਹੁੰਦੇ ਨੇ, ਕਈ ਦੁੱਖਾਂ ਦੇ ਅਹਿਸਾਸ ਹੁੰਦੇ ਨੇ। ਇਹ ਸਾਰੇ ਹੀ ਜਨਮ ਨੇ। ਇਹ ਸਾਰਾ ਹੀ ਜਨਮ ਅਤੇ ਮਰਨ ਦਾ ਚੱਕਰ ਹੈ, ਜਿਹਦੇ ਵਿੱਚ ਅਸੀਂ ਭਰਮਦੇ ਜੀਵਨ ਬਿਤਾਉਂਦੇ ਚਲੇ ਜਾਂਦੇ ਹਾਂ। ਖੇਦ ਮਿਟੇ ਸਾਧੂ ਮਿਲਤ, ਜੇ ਗੁਰੂ ਮਿਲ ਪਏ। ਸਤਿਗੁਰ ਬਚਨ ਸਮਾਏ, ਗੁਰੂ ਦੇ ਬਚਨਾਂ ਦੇ ਵਿੱਚ ਸਾਡਾ ਮਨ ਸਮਾਇਆ ਜਾਏ, ਜੁੜ ਜਾਏ, ਤਾਂ ਸਾਰੇ ਹੀ ਖੇਦ ਮਿਟ ਜਾਂਦੇ ਨੇ, ਦੁੱਖ ਕਲੇਸ਼ ਮਿਟ ਜਾਂਦੇ ਨੇ। ਫਿਰ ਅਸੀਂ ਜੂਨਾਂ ਦੇ ਵਿੱਚ ਭਰਮਦੇ ਨਹੀਂ, ਫਿਰ ਅਸੀਂ ਸਥਿਰਤਾ 'ਤੇ ਆ ਜਾਂਦੇ ਹਾਂ। ਸਾਡਾ ਮਨ ਸਥਿਰ ਹੋ ਜਾਂਦਾ ਹੈ। ਅਸੀਂ ਸੁੱਖਾਂ ਵੇਲੇ ਉਛਲਦੇ ਨਹੀਂ ਤੇ ਦੁੱਖਾਂ ਵੇਲੇ ਘਬਰਾਉਂਦੇ ਨਹੀਂ। ਖਿਮਾ ਗਹੀ ਸੱਚ ਸੰਚਿਓ, ਖਾਇਓ ਅੰਮ੍ਰਿਤ ਨਾਮ। ਖਰੀ ਕਿਰਪਾ ਠਾਕੁਰ ਭਈ, ਅਨੰਦ ਸੂਖ ਵਿਸ਼ਰਾਮ। ਜੇਕਰ ਅਸੀਂ ਗੁਰੂ ਤੋਂ ਖਿਮਾ ਵਾਲਾ ਸੁਭਾਅ ਗ੍ਰਹਿਣ ਕਰ ਲਈਏ, ਭਾਵ ਕਿ ਨਿਮਾਣਾਪਣ ਗ੍ਰਹਿਣ ਕਰ ਲਈਏ। ਜਦੋਂ ਗਲਤੀ ਦੀ ਗੱਲ ਆਉਂਦੀ ਹੈ ਤਾਂ ਦੋ ਪ੍ਰਕਾਰ ਦੇ ਇਨਸਾਨ ਹੁੰਦੇ ਹਨ। ਇੱਕ ਉਹ ਹੁੰਦੇ ਨੇ ਜਿਨ੍ਹਾਂ ਤੋਂ ਗਲਤੀ ਹੋ ਜਾਏ ਤੇ ਆਪਣੀ ਗਲਤੀ ਸਵੀਕਾਰ ਕਰਕੇ ਖਿਮਾ ਮੰਗ ਲੈਂਦੇ ਨੇ, ਕਿਉਂਕਿ ਜੋ ਗਲਤੀ ਹੋ ਗਈ ਹੈ ਉਹ ਤੇ ਹੋ ਹੀ ਗਈ ਹੈ। ਉਸ ਸਮੇਂ ਨੂੰ ਅਸੀਂ ਬਦਲ ਨਹੀਂ ਸਕਦੇ, ਪਰ ਘੱਟੋ ਘੱਟ ਅਸੀਂ ਨਿਮਾਣੇ ਹੋ ਕੇ ਆਪਣੀ ਗਲਤੀ ਨੂੰ ਸਵੀਕਾਰ ਕਰਨਾ ਤੇ ਸਿੱਖ ਲਈਏ। ਦੂਜੇ ਪਾਸੇ ਕੁਝ ਅਜਿਹੇ ਮਨੁੱਖ ਹੁੰਦੇ ਨੇ, ਕੁਝ ਅਜਿਹੇ ਇਨਸਾਨ ਹੁੰਦੇ ਨੇ ਜੋ ਗਲਤੀ ਹੋ ਜਾਣ ਤੇ ਆਪਣੀ ਗਲਤੀ ਸਵੀਕਾਰ ਵੀ ਨਹੀਂ ਕਰਦੇ। ਉਹ ਗੱਲ ਆਪਣੀ ਹਉਮੈ ਤੇ ਲੈ ਜਾਂਦੇ ਨੇ ਤੇ ਹਉਮੈ ਕਦੇ ਵੀ ਨਹੀਂ ਚਾਹੁੰਦੀ ਕਿ ਤੁਸੀਂ ਝੁਕੋ। ਗੁਰੂ ਜੀ ਸਾਨੂੰ ਪਹਿਲੇ ਪ੍ਰਕਾਰ ਦੇ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਨੇ। ਕਹਿੰਦੇ ਨੇ ਖਿਮਾ ਗਹੀ ਸੱਚ ਸੰਚਿਓ, ਖਾਇਓ ਅੰਮ੍ਰਿਤ ਨਾਮ। ਕਿ ਖਿਮਾ ਵਾਲਾ ਸੁਭਾਅ ਗੁਰੂ ਪਾਸੋਂ ਗ੍ਰਹਿਣ ਕਰੋ। ਉਸ ਪਰਮਾਤਮਾ ਦਾ ਨਾਮ ਆਪਣੇ ਹਿਰਦਿਆਂ ਦੇ ਵਿੱਚ ਸੰਚੋ, ਭਾਵ ਜੋੜੋ। ਉਹਦੇ ਨਾਮ ਅੰਮ੍ਰਿਤ ਨੂੰ ਆਪਣੀ ਰੂਹ ਦੀ, ਆਪਣੀ ਆਤਮਾ ਦੀ ਖੁਰਾਕ ਬਣਾਓ। ਅਜਿਹਾ ਕਰਾਂਗੇ ਤਾਂ ਖਰੀ ਕਿਰਪਾ ਠਾਕੁਰ ਭਈ, ਉਸ ਠਾਕੁਰ, ਉਸ ਮਾਲਕ ਪਰਮਾਤਮਾ ਦੀ ਖਰੀ ਭਾਵ ਕਿ ਪੂਰੀ ਚੰਗੀ ਕਿਰਪਾ ਸਾਡੇ ਉੱਪਰ ਹੋਏਗੀ। ਆਨੰਦ ਸੂਖ ਵਿਸ਼ਰਾਮ, ਸਾਡੇ ਜੀਵਨਾਂ ਦੇ ਵਿੱਚ ਆਨੰਦ ਆ ਜਾਏਗਾ, ਸੁੱਖ ਹੀ ਸੁੱਖ ਹੋਏਗਾ। ਸਾਡੇ ਮਨ ਨੂੰ ਵਿਸ਼ਰਾਮ ਮਿਲੇਗਾ। ਇਹ ਜੋ ਮਨ ਹੈ ਬਹੁਤ ਭਟਕਦਾ ਹੈ, ਬਹੁਤ ਚੱਲਦਾ ਰਹਿੰਦਾ ਹੈ, ਇਹਨੂੰ ਵਿਸ਼ਰਾਮ ਨਹੀਂ ਹੈ। ਗੁਰੂ ਦੇ ਲੜ ਲੱਗੀਏ, ਪਰਮਾਤਮਾ ਦੇ ਲੜ ਲੱਗੀਏ ਤਾਂ ਉਹ ਵਿਸ਼ਰਾਮ ਮਿਲ ਜਾਂਦਾ ਹੈ। ਖੇਪ ਨਿਭਾਹੀ ਬਹੁਤ ਲਾਭ, ਘਰ ਆਏ ਪਤਵੰਤ। ਖਰਾ ਦਿਲਾਸਾ ਗੁਰ ਦੀਆ, ਆਏ ਮਿਲੇ ਭਗਵੰਤ। ਖੇਪ ਤੋਂ ਭਾਵ ਸੌਦਾ, ਵਣਜ, ਵਪਾਰ। ਕਿ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਵਣਜ ਵਪਾਰ ਸਾਰੀ ਉਮਰ ਨਿਭਾਇਆ, ਉਹਨਾਂ ਨੇ ਬਹੁਤ ਲਾਭ ਖੱਟਿਆ। ਘਰ ਆਏ ਭਾਵ ਕਿ ਆਪਣੇ ਅੰਤਰ ਆਤਮੇ ਦੇ ਵਿੱਚ ਉਹ ਟਿਕ ਗਏ। ਪਤਵੰਤ ਭਾਵ ਕਿ ਉਹ ਇੱਜ਼ਤ ਵਾਲੇ ਬਣ ਗਏ। ਉਹਨਾਂ ਨੂੰ ਗੁਰੂ ਨੇ ਹੋਰ ਵੀ ਚੰਗੀ ਤਰ੍ਹਾਂ ਦਿਲਾਸਾ ਦਿੱਤਾ। ਖਰਾ ਦਿਲਾਸਾ ਗੁਰ ਦੀਆ, ਆਏ ਮਿਲੇ ਭਗਵੰਤ। ਤੇ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ
ਆ ਜੁੜੇ। ਆਪਨ ਕੀਆ ਕਰੈ ਆਪ, ਆਗੈ ਪਾਛੈ ਆਪ। ਇਹ ਸਾਰਾ ਹੀ ਜਗਤ ਦਾ ਜੋ ਖੇਲ ਹੈ ਉਸ ਪਰਮਾਤਮਾ ਨੇ ਆਪ ਬਣਾਇਆ ਹੈ, ਆਪ ਕੀਤਾ ਹੈ। ਹੁਣ ਵੀ ਉਹ ਪਰਮਾਤਮਾ ਇਹ ਸਾਰਾ ਖੇਡ ਆਪ ਹੀ ਕਰ ਰਿਹਾ ਹੈ। ਅੱਗੇ ਪਿੱਛੇ ਭਾਵ ਲੋਕ ਪਰਲੋਕ ਦੇ ਵਿੱਚ ਉਹ ਪਰਮਾਤਮਾ ਆਪ ਹੀ ਸਾਡੇ ਨਾਲ ਹੈ, ਆਪ ਹੀ ਸਾਡਾ ਰਾਖਾ ਹੈ। ਨਾਨਕ ਸੋ ਸਰਾਹੀਐ, ਜੇ ਘਟ ਘਟ ਰਹਿਆ ਵਿਆਪ। ਹੈ ਨਾਨਕ, ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਉਹਨੂੰ ਸਰਾਹੁਣਾ ਚਾਹੀਦਾ ਹੈ ਜਿਹੜਾ ਹਰੇਕ ਸਰੀਰ ਦੇ ਵਿੱਚ ਵਿਆਪ ਰਿਹਾ ਹੈ, ਹਰੇਕ ਸਰੀਰ ਦੇ ਵਿੱਚ ਮੌਜੂਦ ਹੈ। ਸ਼ਲੋਕ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਹੇ ਕਿਰਪਾ ਨਿਧ ਅਤੇ ਦਇਆਲ ਪ੍ਰਮਾਤਮਾ, ਅਸੀਂ ਤੇਰੀ ਸ਼ਰਨ ਆਏ ਹਾਂ। ਹੇ ਨਾਨਕ, ਇਹ ਆਖ ਕਿ ਜਿਨ੍ਹਾਂ ਦੇ ਮਨਾਂ ਦੇ ਵਿੱਚ ਉਸ ਪਰਮਾਤਮਾ ਦਾ ਹੁਕਮ ਵਸ ਜਾਏ। ਏਕ ਅੱਖਰ ਹਰ ਮਨ ਬਸਤ। ਇਸ ਪੂਰੇ ਸ਼ਬਦ ਦੇ ਵਿੱਚ ਅੱਖਰ ਤੋਂ ਭਾਵ ਹੈ ਉਸ ਪਰਮਾਤਮਾ ਦਾ ਹੁਕਮ, ਕਿ ਜਿਨ੍ਹਾਂ ਦੇ ਮਨਾਂ ਦੇ ਵਿੱਚ ਉਸ ਪਰਮਾਤਮਾ ਦਾ ਹੁਕਮ ਵਸ ਪਏ, ਨਾਨਕ ਹੋਤ ਨਿਹਾਲ, ਉਹ ਨਿਹਾਲ ਹੋ ਜਾਂਦੇ ਹਨ। ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ। ਪੌੜੀ। ਅੱਖਰ ਮੈਂ ਤ੍ਰਿਭਵਨ ਪ੍ਰਭ ਧਾਰੇ, ਅੱਖਰ ਕਰ ਕਰ ਵੇਦ ਵਿਚਾਰੇ। ਆਪਣੇ ਹੁਕਮ ਦੇ ਨਾਲ ਹੀ ਉਸ ਪਰਮਾਤਮਾ ਨੇ ਤਿੰਨੋਂ ਭਵਨ ਬਣਾਏ ਹਨ। ਤਿੰਨੋਂ ਭਵਨ ਕਿਹੜੇ? ਨਰਕ, ਸਵਰਗ ਤੇ ਧਰਤੀ ਲੋਕ। ਇਹ ਤਿੰਨੋਂ ਹੀ ਭਵਨ ਉਸ ਪਰਮਾਤਮਾ ਨੇ ਆਪਣੇ ਹੁਕਮ ਦੇ ਨਾਲ ਬਣਾਏ ਹਨ। ਅੱਖਰ ਕਰ ਕਰ ਵੇਦ ਵਿਚਾਰੇ। ਹੁਕਮ ਦੇ ਨਾਲ ਹੀ ਵੇਦਾਂ ਦੀ ਰਚਨਾ ਹੋਈ ਹੈ ਤੇ ਵੇਦਾਂ ਦੀ ਵਿਚਾਰ ਹੋਈ ਹੈ। ਅੱਖਰ ਸ਼ਾਸਤਰ ਸਿਮਰਤ ਪੁਰਾਣਾ। ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸ਼ਾਸਤਰ ਰਚੇ ਗਏ ਹਨ, ਸਮਿਰਤੀਆਂ ਅਤੇ ਪੁਰਾਣ ਰਚੇ ਗਏ ਹਨ। ਅੱਖਰ ਨਾਦ ਕਥਨ ਵਖਾਨਾ, ਤੇ ਉਹਦੇ ਹੁਕਮ ਅਨੁਸਾਰ ਹੀ ਇਹਨਾਂ ਸਾਰੇ ਸ਼ਾਸਤਰਾਂ ਅਤੇ ਵੇਦਾਂ ਆਦਿਕ ਦਾ ਕੀਰਤਨ ਹੋਇਆ ਹੈ, ਕਥਾ ਹੋਈ ਹੈ, ਵਿਆਖਿਆ ਹੋਈ ਹੈ। ਅੱਖਰ ਮੁਕਤ ਜੁਗਤ ਭੈ ਭਰਮਾ, ਅੱਖਰ ਕਰਮ ਕਿਰਤ ਸੁਚ ਧਰਮਾ। ਜੋ ਅਸੀਂ ਦੁਨੀਆ ਦੇ ਡਰਾਂ ਅਤੇ ਭਰਮਾਂ ਤੋਂ ਖਲਾਸੀ ਪਾਉਣ ਦੀ ਤਾਂਘ ਕਰਦੇ ਹਾਂ, ਉਹ ਵੀ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੈ। ਜੋ ਅਸੀਂ ਇਸ ਦੁਨੀਆ ਦੇ ਉੱਤੇ ਕਰਮ ਕਰਦੇ ਹਾਂ, ਕਿਰਤ ਕਰਦੇ ਹਾਂ, ਉਹ ਵੀ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੈ। ਜੋ ਧਾਰਮਿਕ ਸੁੱਚਤਾ ਰੱਖਦੇ ਹਾਂ, ਆਪਣੀ ਆਤਮਾ ਨੂੰ ਪਵਿੱਤਰ ਕਰਨ ਦੇ ਲਈ ਜੋ ਵੀ ਨਿਯਮਾਂ ਦੀ ਪਾਲਣਾ ਕਰਦੇ ਹਾਂ, ਉਹ ਸਾਰੇ ਹੀ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹਨ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਜਿਤਨਾ ਵੀ ਕੁਛ ਦ੍ਰਿਸ਼ਟਮਾਨ ਹੈ, ਜਿੰਨਾ ਵੀ ਇਹ ਸੰਸਾਰ ਸਾਨੂੰ ਦਿਖ ਰਿਹਾ ਹੈ, ਉਸ ਪਰਮਾਤਮਾ ਦੇ ਹੁਕਮ ਦਾ ਸਰਗੁਣ ਰੂਪ ਹੈ। ਨਾਨਕ ਪਾਰ ਬ੍ਰਹਮ ਨਿਰਲੇਪਾ। ਪਰ ਹੈ ਨਾਨਕ, ਉਹ ਪਰਮਾਤਮਾ ਇਸ ਸਾਰੇ ਕਾਸੇ ਤੋਂ ਨਿਰਲੇਪ ਹੈ, ਇਸ ਸੰਸਾਰ ਦੇ ਪ੍ਰਭਾਵ ਤੋਂ ਪਰੇ ਹੈ। ਕਿੰਨੇ ਵਧੀਆ ਢੰਗ ਦੇ ਨਾਲ ਗੁਰੂ ਜੀ ਨੇ ਸਾਨੂੰ ਉਸ ਪਰਮਾਤਮਾ ਦੇ ਹੁਕਮ ਦੇ ਬਾਰੇ 'ਚ ਦੱਸਿਆ ਹੈ ਕਿ ਕਿਸ ਪ੍ਰਕਾਰ ਇਸ ਸੰਸਾਰ ਦੇ ਵਿੱਚ ਸਭ ਕੁਝ ਹੀ ਉਸ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਵਰਤਦਾ ਹੈ। ਇਸ ਲਈ ਇਸ ਸੰਸਾਰ ਦੇ ਸਾਰੇ ਹੀ ਵਰਤਾਰਿਆਂ ਨੂੰ ਸਾਨੂੰ ਖਿੜੇ ਮੱਥੇ ਕਬੂਲ ਕਰਨਾ ਚਾਹੀਦਾ ਹੈ। ਸ਼ਲੋਕ। ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਉਰਜ ਰਿਓ ਸਭ ਸੰਗ ਅਨੂਪ ਰੂਪਾਵਤੀ। ਉਸ ਅਪਹੁੰਚ ਪਰਮਾਤਮਾ ਦੇ ਹੱਥ ਦੇ ਵਿੱਚ ਹੁਕਮ ਰੂਪ ਕਲਮ ਹੈ, ਜਿਸ ਕਲਮ ਦੇ ਨਾਲ ਉਹ ਪਰਮਾਤਮਾ ਸਭ ਜੀਵਾਂ ਦੇ ਮੱਥਿਆਂ ਦੇ ਉੱਤੇ ਉਹਨਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਲੇਖ ਲਿਖਦਾ ਜਾਂਦਾ ਹੈ। ਇੱਥੇ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਉਹ ਲੇਖ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਲਿਖੇ ਜਾਂਦੇ ਹਨ। ਭਾਵ ਕਿ ਜੋ ਅਸੀਂ ਬੀਜਦੇ ਹਾਂ ਉਹੀ ਅਸੀਂ ਵੱਢਦੇ ਹਾਂ। ਜੋ ਕਰਮ ਅਸੀਂ ਅੱਜ ਕਰਦੇ ਹਾਂ ਉਹਦਾ ਨਤੀਜਾ ਸਾਨੂੰ ਕੱਲ੍ਹ ਨੂੰ
ਮਿਲੇਗਾ, ਕਿਉਂਕਿ ਸਾਡਾ ਲੇਖ ਉਸ ਅਨੁਸਾਰ ਹੀ ਲਿਖਿਆ ਜਾਂਦਾ ਹੈ। ਉਸ ਕਰਮ ਤੋਂ ਜੋ ਸਿੱਖਿਆ ਉਹ ਅੱਗੇ ਸਾਡੇ ਕੰਮ ਆਉਣਾ ਹੈ, ਉਸੇ ਨੂੰ ਹੀ ਅਸੀਂ ਅੱਗੇ ਵਰਤਣਾ ਹੈ। ਕੁਝ ਚੰਗਾ ਸਿੱਖ ਲਿਆ ਤਾਂ ਚੰਗਾ ਵਰਤ ਲਵਾਂਗੇ, ਕੁਝ ਮਾੜਾ ਸਿੱਖ ਲਿਆ ਤੇ ਮਾੜਾ ਵਰਤ ਲਵਾਂਗੇ। ਪਰ ਸਾਡਾ ਭਵਿੱਖ ਸਾਡੇ ਅੱਜ ਦੇ ਫੈਸਲਿਆਂ ਤੇ, ਸਾਡੇ ਅੱਜ ਦੇ ਕਰਮਾਂ ਤੇ ਨਿਰਭਰ ਹੈ। ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ। ਅਨੂਪ ਰੂਪਾਵਤੀ ਤੋਂ ਭਾਵ ਉਹ ਸੋਹਣਾ ਪ੍ਰਮਾਤਮਾ, ਰੂਪਵਾਨ ਪ੍ਰਮਾਤਮਾ। ਉਰਜ ਰਹਿਓ ਸਭ ਸੰਗ ਤਾਣੇ ਪੇਟੇ ਵਾਂਗ। ਸਾਰੇ ਜੀਵਾਂ ਦੇ ਸੰਗ ਮਿਲਿਆ ਹੋਇਆ ਹੈ, ਸਾਰੇ ਜੀਵਾਂ ਦੇ ਵਿੱਚ ਰਚਿਆ ਹੋਇਆ ਹੈ। ਉਸਤਤ ਕਹਿਨ ਨਾ ਜਾਏ ਮੁਖੋਂ ਤੁਹਾਰੀਆ। ਮੋਹੇ ਦੇਖ ਦਰਸ਼ ਨਾਨਕ ਬਲਿਹਾਰੀਆ। ਗੁਰੂ ਜੀ ਕਹਿੰਦੇ ਕਿ ਜੇਕਰ ਮੈਂ ਆਪਣੇ ਮੁਖ ਤੋਂ ਤੇਰੀ ਸਿਫਤ ਸਲਾਹ ਕਰਨੀ ਵੀ ਚਾਹਾਂ ਤਾਂ ਵੀ ਕਰ ਨਹੀਂ ਸਕਦਾ, ਕਿਉਂਕਿ ਤੇਰੀ ਸਿਫਤ ਸਲਾਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਤੇਰਾ ਦਰਸ਼ਨ ਕਰਕੇ ਮੇਰੀ ਜਿੰਦ ਮਸਤ ਹੋ ਰਹੀ ਹੈ। ਮੈਂ ਤੇਰੇ ਤੋਂ ਬਲਿਹਾਰੇ ਜਾ ਰਿਹਾ ਹਾਂ, ਸਦਕੇ ਜਾ ਰਿਹਾ ਹਾਂ। ਪੌੜੀ। ਹੇ ਅਚੁੱਤ, ਹੇ ਪਾਰ ਬ੍ਰਹਮ, ਅਵਿਨਾਸ਼ੀ ਅਗਨਾਸ਼, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ, ਹੇ ਗੁਣ ਨਿਧਾਨ, ਜਾਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨਹਾਰ। ਹੇ ਸੰਤਾ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਾਹੀ ਕੋਇ। ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋਏ। ਇਹਨਾਂ ਪੰਕਤੀਆਂ ਦੇ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਆਏ ਹਨ, ਉਹਨਾਂ ਸਾਰੇ ਹੀ ਸ਼ਬਦਾਂ ਦੇ ਨਾਲ ਉਸ ਪ੍ਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ। ਹੁਣ ਆਪਾਂ ਇੱਕ ਇੱਕ ਕਰਕੇ ਉਹਨਾਂ ਦੇ ਅਰਥ ਜਾਣਦੇ ਹਾਂ। ਹੇ ਅਚੁੱਤ ਭਾਵ ਕਿ ਕਦੇ ਵੀ ਨਾ ਡੋਲਣ ਵਾਲੇ। ਹੇ ਪਾਰ ਬ੍ਰਹਮ ਭਾਵ ਪ੍ਰਮਾਤਮਾ। ਹੇ ਅਬਿਨਾਸ਼ੀ ਜਿਹੜਾ ਕਦੇ ਨਾਸ ਨਹੀਂ ਹੁੰਦਾ। ਅਗਨਾਸ ਜਿਹੜਾ ਪਾਪਾਂ ਦਾ ਨਾਸ ਕਰਨ ਵਾਲਾ ਹੈ। ਹੇ ਪੂਰਨ, ਹੇ ਸਰਬ ਮੈਂ। ਪੂਰਨ ਤੋਂ ਭਾਵ ਸੰਪੂਰਨ, ਜਿਹਦੇ ਵਿੱਚ ਕੋਈ ਵੀ ਊਣਤਾਈ ਨਹੀਂ। ਸਰਬ ਮੈਂ ਤੋਂ ਭਾਵ ਸਰਬ ਵਿਆਪਕ। ਦੁੱਖ ਭੰਜਨ ਭਾਵ ਦੁੱਖਾਂ ਦਾ ਨਾਸ਼ ਕਰਨ ਵਾਲਾ। ਗੁਣਤਾਸ ਭਾਵ ਕਿ ਗੁਣਾਂ ਦਾ ਖਜ਼ਾਨਾ। ਹੇ ਸੰਗੀ, ਹੇ ਨਿਰੰਕਾਰ। ਸੰਗੀ ਤੋਂ ਭਾਵ ਸਾਥੀ ਕਿ ਹੇ ਸਭ ਜੀਵਾਂ ਦੇ ਸਾਥੀ। ਹੇ ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ। ਹੇ ਨਿਰਗੁਣ ਸਭ ਟੇਕ। ਸਾਰੇ ਹੀ ਨਿਰਗੁਣ ਜੀਵਾਂ ਦੀ ਟੇਕ, ਸਾਰੇ ਹੀ ਨਿਰਗੁਣ ਜੀਵਾਂ ਦਾ ਆਸਰਾ। ਹੇ ਗੋਬਿੰਦ, ਗੋਬਿੰਦ ਤੋਂ ਭਾਵ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ। ਗੁਣ ਨਿਧਾਨ ਭਾਵ ਕਿ ਗੁਣਾਂ ਦਾ ਖਜ਼ਾਨਾ। ਜਾਕੈ ਸਦਾ ਵਿਵੇਕ, ਉਹ ਜਿਸ ਦੇ ਅੰਦਰ ਕੇ ਪਰਖ ਕਰਨ ਦੀ ਤਾਕਤ ਸਦਾ ਕਾਇਮ ਰਹੇ। ਹੇ ਅਪਰੰਪਰ ਭਾਵ ਬੇਅੰਤ। ਹਰ ਹਰੇ ਤੋਂ ਭਾਵ ਪਰਮਾਤਮਾ। ਹੈ ਵੀ ਹੋਵਨਹਾਰ, ਉਹ ਜਿਹੜਾ ਇਸ ਸ੍ਰਿਸ਼ਟੀ ਦੇ ਆਕਾਰ ਲੈਣ ਤੋਂ ਪਹਿਲਾਂ ਵੀ ਮੌਜੂਦ ਸੀ, ਹੁਣ ਵੀ ਹੈ ਤੇ ਸਦਾ ਹੀ ਮੌਜੂਦ ਰਹੇਗਾ। ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਸੰਤਾਂ ਦੇ ਸਦਾ ਸਹਾਈ ਰਹਿਣ ਵਾਲੇ ਤੇ ਨਿਆਸਰਿਆਂ ਦੇ ਆਸਰੇ। ਹੇ ਠਾਕੁਰ, ਹੇ ਮਾਲਕ ਪ੍ਰਮਾਤਮਾ। ਹੁਣ ਤੱਕ ਜੋ ਅਸੀਂ ਸ਼ਬਦ ਪੜ੍ਹੇ ਹਨ, ਸਾਰਿਆਂ ਤੋਂ ਭਾਵ ਹੈ ਕਿ ਉਹ ਪ੍ਰਮਾਤਮਾ। ਹੁਣ ਗੁਰੂ ਜੀ ਕਹਿੰਦੇ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਕਿ ਹੇ ਪ੍ਰਮਾਤਮਾ, ਮੈਂ ਤੇਰਾ ਨਿੱਕਾ ਜਿਹਾ ਦਾਸ ਹਾਂ, ਮੈਂ ਗੁਣਹੀਣ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਹੈ। ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋਏ। ਮੈਨੂੰ ਨਾਨਕ ਨੂੰ ਆਪਣੇ ਨਾਮ ਦੀ ਦਾਤ ਬਖਸ਼, ਆਪਣੇ ਨਾਮ ਦਾ ਦਾਨ ਦੇ ਦੇ। ਉਹ ਦਾਨ ਮੈਂ ਆਪਣੇ ਹਿਰਦੇ ਦੇ ਵਿੱਚ ਪਰੋਈ ਰੱਖਾਂਗਾ। ਜਦੋਂ ਆਪਾਂ ਇਸ ਸ਼ਬਦ ਨੂੰ ਪੜ੍ਹਦੇ ਹਾਂ ਤਾਂ ਇੱਕ ਚੀਜ਼ ਮਹਿਸੂਸ ਹੁੰਦੀ ਹੈ, ਇੱਕ ਗੱਲ ਦਾ
ਅਹਿਸਾਸ ਹੁੰਦਾ ਹੈ ਕਿ ਗੁਰੂ ਜੀ ਉਸ ਪ੍ਰਮਾਤਮਾ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੇ ਸਨ। ਇੰਨੇ ਜ਼ਿਆਦਾ ਵੱਖ-ਵੱਖ ਸ਼ਬਦਾਂ ਦੇ ਨਾਲ ਉਸ ਪ੍ਰਮਾਤਮਾ ਨੂੰ ਉਹਨਾਂ ਨੇ ਸੰਬੋਧਨ ਕੀਤਾ। ਕਿੰਨੇ ਜ਼ਿਆਦਾ ਉਹ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਸਨ, ਕਿੰਨੇ ਜ਼ਿਆਦਾ ਉਸ ਪ੍ਰਮਾਤਮਾ ਦੇ ਉਹ ਨੇੜੇ ਸਨ। ਇੰਜ ਲੱਗਦਾ ਹੈ ਕਿ ਜਿਵੇਂ ਉਹਨਾਂ ਦੀ ਪ੍ਰੀਤ ਜੁੜ ਗਈ ਹੋਵੇ ਤੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਉਹ ਲਿਖਦੇ ਗਏ ਹੋਣ ਤੇ ਲਿਖਦੇ ਗਏ ਹੋਣ। ਉਂਝ ਤੇ ਇਸ ਸ਼ਬਦ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 261ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੋ ਜਾਂਦੀ ਹੈ। ਪਰ 52 ਅੱਖਰੀ ਦੀ ਬਾਣੀ ਦਾ ਇੱਕ ਸ਼ਬਦ ਬਾਕੀ ਰਹਿ ਗਿਆ ਹੈ ਜੋ ਕਿ 262ਵੇਂ ਅੰਗ ਤੇ ਵਿਰਾਜਮਾਨ ਹੈ ਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਜੀ ਦੀ ਬਾਣੀ ਸ਼ੁਰੂ ਹੋ ਜਾਂਦੀ ਹੈ। 52 ਅੱਖਰੀ ਦੀ ਬਾਣੀ ਦਾ ਉਹ ਜੋ ਆਖਰੀ ਸ਼ਬਦ ਹੈ ਉਹ 52 ਅੱਖਰੀ ਦੀ ਬਾਣੀ ਦੇ ਸ਼ੁਰੂ ਦੇ ਵਿੱਚ ਵੀ ਮੌਜੂਦ ਹੈ, ਜਿਸ ਦੀ ਵਿਆਖਿਆ ਅਸੀਂ 250ਵੇਂ ਅੰਗ ਦੇ ਵਿੱਚ ਕਰ ਚੁੱਕੇ ਹਾਂ। ਸੋ ਬਾਣੀ ਦੀ ਨਿਰੰਤਰਤਾ ਨੂੰ ਕਾਇਮ ਰੱਖਣ ਦੇ ਲਈ ਅਸੀਂ ਉਸ ਸ਼ਬਦ ਨੂੰ ਜ਼ਰੂਰ ਪੜ੍ਹਦੇ ਹਾਂ ਇੱਥੇ, ਪਰ ਉਹਦੇ ਅਰਥਾਂ ਨੂੰ ਜਾਣਨ ਦੇ ਲਈ 250ਵੇਂ ਅੰਗ ਦੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਗਿਆ ਹੈ, ਉੱਥੇ ਤੁਸੀਂ ਜਾ ਕੇ ਸੁਣ ਸਕਦੇ ਹੋ। ਨਿਚੋੜ ਦੇ ਤੌਰ ਤੇ ਜੇਕਰ ਅਸੀਂ ਗੱਲ ਕਰੀਏ ਤਾਂ ਉਸ ਸ਼ਬਦ ਦੇ ਵਿੱਚ ਗੁਰੂ ਦੀ ਮਹੱਤਤਾ ਦੱਸੀ ਗਈ ਹੈ। ਆਓ ਉਹ ਸ਼ਬਦ ਪੜ੍ਹਦੇ ਹਾਂ। ਸ਼ਲੋਕ: ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਦ ਲਗ ਤਰਾ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ। ਇਹ ਸ਼ਲੋਕ ਆਦ ਅੰਤ ਪੜ੍ਹਨਾ। ਸੋ ਆਖਰੀ ਪੰਕਤੀ ਦੇ ਵਿੱਚ ਗੁਰੂ ਜੀ ਨੇ ਸਾਨੂੰ ਹਦਾਇਤ ਵੀ ਕਰ ਦਿੱਤੀ ਹੈ ਕਿ ਇਹ ਜੋ ਸ਼ਲੋਕ ਹੈ ਉਹ 52 ਅੱਖਰੀ ਦੀ ਬਾਣੀ ਦੇ ਆਦ ਭਾਵ ਕਿ ਸ਼ੁਰੂਆਤ ਦੇ ਵਿੱਚ ਵੀ ਪੜ੍ਹਨਾ ਹੈ ਅਤੇ ਅੰਤ ਦੇ ਵਿੱਚ ਵੀ ਪੜ੍ਹਨਾ ਹੈ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ, ਤੇ ਅਗਲੀ ਵੀਡੀਓ ਤੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚੋਂ ਜੇਕਰ ਅਸੀਂ ਮਹੱਤਵਪੂਰਨ ਸ਼ਬਦ ਦੀ ਗੱਲ ਕਰੀਏ ਤਾਂ ਦੋ ਗੱਲਾਂ ਹਨ। ਇੱਕ ਤੇ ਜੋ ਪ੍ਰਮਾਤਮਾ ਦੇ ਹੁਕਮ ਨੂੰ ਗੁਰੂ ਜੀ ਨੇ ਸਾਨੂੰ ਬੜੇ ਵਧੀਆ ਢੰਗ ਦੇ ਨਾਲ ਸਮਝਾਇਆ ਹੈ, ਉਹ ਬਹੁਤ ਹੀ ਮਹੱਤਵਪੂਰਨ ਗੱਲ ਹੈ। ਗੁਰਬਾਣੀ ਦਾ ਕੇਂਦਰੀ ਸਿਧਾਂਤ ਹੈ ਉਸ ਪ੍ਰਮਾਤਮਾ ਦਾ ਹੁਕਮ, ਉਹਨੂੰ ਪਛਾਨਣਾ, ਤੇ ਉਸ ਕੇਂਦਰੀ ਸਿਧਾਂਤ ਨੂੰ ਸਮਝਾਉਣ ਦੇ ਲਈ ਗੁਰੂ ਜੀ ਨੇ ਜੋ ਸ਼ਬਦ ਲਿਖਿਆ ਉਹਦੇ ਰਾਹੀਂ ਬੜੇ ਹੀ ਵਧੀਆ ਢੰਗ ਦੇ ਨਾਲ ਸਾਨੂੰ ਉਸ ਪ੍ਰਮਾਤਮਾ ਦੇ ਹੁਕਮ ਦੇ ਬਾਰੇ 'ਚ ਸਮਝ ਆ ਜਾਂਦੀ ਹੈ। ਤੇ ਜੋ 261ਵੇਂ ਅੰਗ ਤੇ ਵਿਰਾਜਮਾਨ ਆਖਰੀ ਸ਼ਬਦ ਦੇ ਵਿੱਚ ਗੁਰੂ ਜੀ ਨੇ ਉਸ ਪ੍ਰਮਾਤਮਾ ਨੂੰ ਇੰਨੇ ਜ਼ਿਆਦਾ ਵੱਖ-ਵੱਖ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ, ਉੱਥੋਂ ਸਾਨੂੰ ਪ੍ਰਮਾਤਮਾ ਦੇ ਪ੍ਰਤੀ ਗੁਰੂ ਜੀ ਦਾ ਪਿਆਰ, ਉਹਦੀ ਝਲਕ ਸਾਨੂੰ ਨਜ਼ਰ ਆਉਂਦੀ ਹੈ। ਆਓ ਕੋਸ਼ਿਸ਼ ਕਰੀਏ ਅਸੀਂ ਵੀ ਆਪਣੇ ਹਿਰਦਿਆਂ ਦੇ ਵਿੱਚ ਉਸ ਪ੍ਰਮਾਤਮਾ ਦੇ ਪ੍ਰਤੀ ਓਨਾ ਹੀ ਪਿਆਰ ਪੈਦਾ ਕਰ ਸਕੀਏ ਜਿੰਨਾ ਸਾਡੇ ਗੁਰੂ ਸਾਹਿਬਾਨਾਂ ਦੇ ਦਿਲਾਂ ਦੇ ਵਿੱਚ ਸੀ। ਸੋ ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵੀਡੀਓ ਨੂੰ ਅੰਤ ਤੱਕ ਵੇਖਣ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।